ਅਸੀਂ ਸ਼ਬਦ ਕਰਨਾ ਹੈ। ਸਭ ਕੋ ਆਸੈ ਤੇਰੀ ਬੈਠਾ। ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਵਿੱਚ ਅਸੀਂ ਪਿਛਲੀ ਵਾਰ ਡਿਸਕਸ ਕੀਤਾ ਸੀ। ਸਾਰਿਆਂ ਨਾਲੋਂ ਪਹਿਲਾਂ ਸਾਧ ਸੰਗਤ ਜੀ, ਜਦੋਂ ਅਸੀਂ ਸ਼ਬਦ ਦਾ ਵਿਚਾਰ ਕਰਦੇ ਹਾਂ ਤੇ ਅਸੀਂ ਵਿਚਾਰਾਂ 'ਚ ਅਸੀਂ ਜਿਸ ਤਰ੍ਹਾਂ ਮੋਬਾਈਲ ਤੇ ਵੀ ਅਸੀਂ ਉਹਦਾ ਮੀਨਿੰਗ ਦੇਖ ਲੈਂਦੇ ਹਾਂ, ਜਾਂ ਅਸੀਂ ਗੁਟਕੇ ਦੇ ਵਿੱਚ ਵੀ ਉਹਦਾ ਸਟੀਕ 'ਚ ਮੀਨਿੰਗ ਪੜ੍ਹ ਲੈਂਦੇ ਹਾਂ। ਪਰ ਕਈ ਉਹਦੇ ਵਿੱਚ ਬਾਣੀ ਦੇ ਵਿੱਚ ਕਈ ਜਗ੍ਹਾ ਤੇ, ਜਿਸ ਤਰ੍ਹਾਂ ਹੁਣ ਲਾਸਟ ਟਾਈਮ ਅਸੀਂ ਕਾਮ ਕ੍ਰੋਧ ਦੇ ਬਾਰੇ, ਅਸੀਂ ਪੰਜ ਚੋਰਾਂ ਦੇ ਬਾਰੇ ਡਿਸਕਸ ਕੀਤਾ ਸੀ, ਤੇ ਐਦਾਂ ਹੀ ਬਾਣੀ ਦੇ ਵਿੱਚ ਬੜੇ ਸਾਰੇ ਸ਼ਬਦ ਇਹੋ ਜਿਹੇ ਆਉਂਦੇ ਨੇ ਜਿਹੜੇ ਕਿ ਸਾਨੂੰ, ਅਸੀਂ ਉਹਨਾਂ ਤੋਂ ਅਣਜਾਣੂ ਹੁੰਦੇ ਹਾਂ। ਸਾਨੂੰ ਉਹਨਾਂ ਦੇ ਬਾਰੇ ਪਤਾ ਨਹੀਂ ਹੁੰਦਾ ਕਿ ਵੈਸੇ ਤੇ ਸਾਨੂੰ ਪਤਾ ਹੁੰਦਾ ਕਿ ਇਹ ਵਰਡ ਹੈ, ਇਹਦਾ ਮੀਨਿੰਗ ਇਹ ਹੈ, ਪਰ ਉਹਦੇ ਅਸਲੀ ਅਰਥ ਕੀ ਹੁੰਦੇ ਨੇ, ਜਾਂ ਉਸ ਜਿਸ ਤਰ੍ਹਾਂ ਬਾਣੀ 'ਚ ਉਹ ਲਿਖਿਆ ਹੋਇਆ ਤੇ ਉਹਨਾਂ ਦੇ ਮਤਲਬ ਸਾਨੂੰ ਬਾਣੀ ਦੇ ਅਨੁਸਾਰ ਇਹ ਕਿਸ ਤਰ੍ਹਾਂ ਆਉਂਦੇ ਨੇ, ਕਿਸ ਤਰ੍ਹਾਂ ਮਿਲਦੇ ਨੇ। ਤੇ ਥੋੜੀ ਜਿਹੀ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜੋ ਵੀ ਸ਼ਬਦ ਦੇ ਵਿੱਚ ਕੋਈ ਵੀ ਇੱਕ ਜੋ ਉਹਦੇ 'ਚ ਵਰਡ ਆਏ, ਜਾਂ ਉਹਦੇ 'ਚ ਕੋਈ ਸ਼ਬਦ ਆਉਂਦਾ ਹੈ ਜਿਹਦੇ ਕੀ ਬਾਰੇ ਥੋੜਾ ਜਿਹਾ ਅਸੀਂ ਅਗਰ ਵਿਚਾਰ ਕਰ ਲਈਏ ਤੇ ਸਾਨੂੰ ਅੱਗੇ ਵੀ ਹੋਰ ਬਾਣੀ ਪੜ੍ਹਨ 'ਚ ਉਹਦੇ ਨਾਲ ਬੜੀ ਸਹਾਇਤਾ ਮਿਲਦੀ ਹੈ। ਤੇ ਜਿਸ ਤਰ੍ਹਾਂ ਲਾਸਟ ਟਾਈਮ ਤੇ ਅਸੀਂ ਕੀਤਾ ਸੀ ਕਿ ਪੰਜ ਚੋਰ ਜਿਹੜੇ ਵਿਕਾਰ ਨੇ ਬਾਣੀ 'ਚ, ਉਹਨਾਂ ਦੇ ਬਾਰੇ ਬਹੁਤ ਵਾਰੀ ਆਇਆ। ਤੇ ਇਸੇ ਤਰ੍ਹਾਂ ਬਾਣੀ ਦੇ ਵਿੱਚ ਆਸਾ ਵਿਕਾਰ ਸਿਰਫ ਪੰਜ ਹੀ ਨਹੀਂ ਹੁੰਦੇ ਜੋ ਅਸੀਂ ਪਿਛਲੀ ਵਾਰ ਡਿਸਕਸ ਕੀਤੇ ਸੀ। ਇਸ ਤੋਂ ਇਲਾਵਾ ਵੀ ਬਹੁਤ ਵਿਕਾਰ ਹੁੰਦੇ ਨੇ। ਸਾਰਿਆਂ ਨਾਲੋਂ ਵੱਡੇ ਇਹ ਵਿਕਾਰਾਂ ਦੇ ਇਸ ਤੋਂ ਵੀ ਵੱਡਾ ਵਿਕਾਰ ਇੱਕ ਹੁੰਦਾ ਹੈ ਆਸ। ਜਿਸ ਤਰ੍ਹਾਂ ਇਹਦੇ 'ਚ ਬਾਣੀ ਹੈ, ਸਭ ਕੋ ਆਸੈ ਤੇਰੀ ਬੈਠਾ। ਸਾਨੂੰ ਪ੍ਰਭੂ ਤੋਂ ਸਾਨੂੰ ਆਸ ਹਮੇਸ਼ਾ ਰਹਿੰਦੀ ਹੈ। ਇਹ ਸਭ ਨੂੰ ਪਤਾ ਹੈ ਕਿ ਜਦੋਂ ਤੱਕ ਸਵਾਸ ਹੈ ਉਦੋਂ ਤੱਕ ਆਸ ਹੈ। ਪਰ ਆਸ ਵੀ ਅਸੀਂ ਤੇ ਕਰਦੇ ਹਾਂ ਸੰਸਾਰਿਕ ਚੀਜ਼ਾਂ ਤੇ, ਅਸੀਂ ਆਸ ਕਰਦੇ ਹਾਂ। ਅੱਜ ਮੈਂ ਇੱਕ ਪ੍ਰਮਾਣ ਵੀ ਇਸ ਤੋਂ ਪਹਿਲਾਂ ਮੈਂ ਜਦੋਂ ਆਰਤੀ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪੜ੍ਹਿਆ ਸੀ, ਆਸਾ ਵਿੱਚ ਸਭ ਦੁੱਖ ਕਣਾ ਮਨਮੁਖ ਚਿਤ ਲਾਇਆ, ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ। ਹੁਣ ਆਸਾ ਇਹਦੇ 'ਚ ਬਹੁਤ ਵਾਰੀ ਆਉਂਦਾ। ਅਸੀਂ ਆਸ ਧਰਮ ਦੀ ਦੁਨੀਆ ਦੇ ਵਿੱਚ ਜੋ ਬੰਦਗੀ ਹੈਗੀ ਹੈ ਉਹ ਮਨ ਦੇ ਨਾਲ, ਜੋ ਧਰਮ ਹੈ ਉਹ ਮਨ ਦੇ ਨਾਲ ਹੈ। ਉਹ ਤਨ ਦੀ ਬੰਦਗੀ ਨਹੀਂ ਹੈ, ਮਨ ਦੀ ਬੰਦਗੀ ਹੀ ਧਰਮ ਹੈ। ਤੇ ਜਦੋਂ ਸਾਧਨਾ ਅਸੀਂ ਕਰਦੇ ਹਾਂ ਤੇ ਧਰਮ ਦੀ ਸਾਧਨਾ ਹੁੰਦੀ ਹੈ, ਉਹ ਮਨ ਤੋਂ ਸਾਧਨਾ ਹੁੰਦੀ ਹੈ। ਇੱਕ ਮਨ ਇੱਕ ਚਿੱਤ ਲਗਾ ਕੇ ਕਰਨਾ ਹੁੰਦਾ। ਤੇ ਜਦੋਂ ਤੱਕ ਸਵਾਸ ਹੈ ਉਦੋਂ ਤੱਕ ਆਸ ਹੈ। ਜਿਸ ਤਰ੍ਹਾਂ ਬਾਣੀ ਸਾਡੇ ਪਹਿਲਾਂ ਤੇ ਜਿਸ ਤਰ੍ਹਾਂ ਇੱਕ ਸਟੇਜਸ ਹੁੰਦੀਆਂ ਸੀ, ਪਿਛਲੀ ਵਾਰ ਵੀ ਦੇਖਿਆ ਸੀ। ਪਹਿਲਾਂ ਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਬਾਣੀ ਪੜ੍ਹਨ ਦੀ ਕੋਸ਼ਿਸ਼ ਵੀ ਕਰਦੇ ਹਾਂ, ਤੇ ਜਿਹੜੇ ਕਾਮ ਕ੍ਰੋਧ ਹੁੰਦੇ ਨੇ, ਇਹ ਛੋਟੀਆਂ ਚੀਜ਼ਾਂ ਹੁੰਦੀਆਂ ਨੇ। ਇਹ ਸਾਡੇ ਰੁਕਾਵਟਾਂ ਪਾਉਂਦੀਆਂ ਨੇ, ਸਾਨੂੰ ਆਪਣੇ ਵਿੱਚ ਮੋਹ ਦੇ ਵਿੱਚ ਇਹ ਸਾਨੂੰ ਫਸਾਉਂਦੇ ਨੇ। ਜਿਸ ਤਰ੍ਹਾਂ ਹੁਣ ਪਿਛਲਾ ਵਾਲਾ ਸ਼ਬਦ ਸੀ ਕਿ ਅੰਮ੍ਰਿਤ ਸਾਡੀ ਦੇਹ ਦੇ ਅੰਦਰ ਹੀ ਸਾਰਾ ਕੁਝ ਹੈ, ਪਰ ਉਹ ਸਾਨੂੰ ਇੰਨਾ ਭਟਕਾ ਦਿੰਦੀਆਂ ਇਹ ਚੀਜ਼ਾਂ ਕਿ ਸਾਨੂੰ ਵਾਹਿਗੁਰੂ ਦੇ ਨਾਲ ਸਾਨੂੰ ਜੁੜਨ ਨਹੀਂ ਦਿੰਦੀਆਂ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਜਦੋਂ ਸਾਡੇ ਅੰਦਰ ਬਾਣੀ ਹਿਰਦੇ 'ਚ ਸਾਡੇ ਬਾਣੀ ਵਸਣੀ ਸ਼ੁਰੂ ਹੁੰਦੀ ਹੈ, ਜਦੋਂ ਥੋੜਾ ਜਿਹਾ ਸਾਨੂੰ ਕਾਬੂ ਆਉਂਦਾ ਹੈ, ਅਸੀਂ ਕੋਸ਼ਿਸ਼ ਜਦੋਂ ਕਰਨ ਲੱਗ ਪੈਂਦੇ ਹਾਂ ਕਿ ਸਾਨੂੰ ਸੰਤੋਖ, ਸਾਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ, ਸਾਨੂੰ ਲੋਭ ਨਹੀਂ ਕਰਨਾ ਚਾਹੀਦਾ, ਪਰ ਫਿਰ ਉਹਦੇ ਤੋਂ ਸਾਨੂੰ ਆਸ, ਤੇ ਉਸ ਤੋਂ ਉੱਪਰ ਵੀ ਆਸ ਹੈ। ਕੀ ਆਸ ਹੈ ਕਿ ਅਗਰ ਅਸੀਂ ਇਹ ਸਾਰਾ ਕਾਬੂ ਪਾ ਲਵਾਂਗੇ ਤੇ ਸਾਨੂੰ ਵਾਹਿਗੁਰੂ, ਸਾਨੂੰ ਬਾਬਾ ਜੀ, ਅਸੀਂ ਆਸ ਵਾਹਿਗੁਰੂ ਤੋਂ ਰੱਖਦੇ ਹਾਂ ਕਿ ਸਾਨੂੰ ਵਾਹਿਗੁਰੂ ਇਹ ਦੇਣਗੇ, ਸਾਨੂੰ ਬਾਬਾ ਜੀ ਤੋਂ ਇਹ ਪ੍ਰਾਪਤੀ ਹੋਏਗੀ। ਇਹ ਜਿਹੜੀ ਆਸ ਹੈ, ਇਹ ਸਾਡੀ ਆਸ ਧਰਮ ਦੀ ਦੁਨੀਆ 'ਚ ਵੀ ਹੀ ਰਹਿੰਦੀ ਹੈ। ਜਿਸ ਤਰ੍ਹਾਂ ਥੋੜੀ ਭਗਤੀ ਇਹਨਾਂ ਵਿਕਾਰਾਂ ਦੇ ਉੱਤੇ ਜਦੋਂ ਅਸੀਂ ਕਾਬੂ ਪਾਉਂਦੇ ਹਾਂ, ਤੇ ਜਦੋਂ ਸਾਡੇ ਮਨ ਦੇ ਵਿੱਚ, ਹਿਰਦੇ 'ਚ ਸਾਡੇ ਜਦੋਂ ਬਾਣੀ ਵਸਦੀ ਹੈ, ਤੇ ਫਿਰ 9 ਨਿਧੀਆਂ, ਅੱਜ ਅਸੀਂ ਥੋੜਾ ਜਿਹਾ ਇਹਦੇ 'ਚ ਬਾਰੇ ਦੇਖਾਂਗੇ ਕਿ 9 ਨਿਧੀਆਂ, ਕਿਉਂਕਿ ਇਹ ਵਾਲੇ ਸ਼ਬਦ ਦੇ ਜੋ ਅੱਜ ਮੈਂ ਸ਼ਬਦ ਕਰਨਾ, ਇਹਦੇ ਵਿੱਚ ਵੀ ਆਉਂਦਾ ਹੈ 9 ਨਿਧੀ ਤੇਰੇ ਅਖੁੱਟ ਭੰਡਾਰਾ। ਤੇ ਇਸ ਲਈ ਮੈਂ ਇਹਦੇ 'ਚ ਅੱਜ ਇਹ ਵਾਲਾ ਥੋੜਾ ਜਿਹਾ ਟੌਪਿਕ ਲਿੱਤਾ ਸੀ ਕਿ 9 ਨਿਧੀਆਂ
ਕਿਹੜੀਆਂ ਹੁੰਦੀਆਂ ਨੇ। ਜਦੋਂ ਤੱਕ ਤੇ ਸੰਸਾਰ ਤੋਂ ਮਨੁੱਖ ਦੀਆਂ ਆਸਾਂ ਪੂਰੀਆਂ ਹੁੰਦੀਆਂ ਰਹਿੰਦੀਆਂ, ਸੰਸਾਰਿਕ ਚੀਜ਼ਾਂ ਦੇ ਵਿੱਚ ਉਹਦਾ ਜਦੋਂ ਮਨ ਉਲਝਿਆ ਰਹਿੰਦਾ, ਉਹਦਾ ਮਨ ਇਹਦੇ ਵਿੱਚ ਜਦੋਂ ਬਿਲਕੁਲ ਉਲਝਿਆ ਰਹਿੰਦਾ ਤੇ ਉਹ ਫਿਰ ਵਾਹਿਗੁਰੂ ਤੋਂ ਉਹ ਦੂਰ ਹੋ ਜਾਂਦਾ, ਬੇਮੁਖ ਹੋ ਜਾਂਦਾ। ਜਦੋਂ ਸਾਨਾ ਦੁੱਖ ਦਾਰੂ ਸੁਖ ਰੋਗ ਪਿਆ, ਜਦੋਂ ਸੁੱਖ ਆਉਂਦੇ ਨੇ, ਜਦੋਂ ਸਾਨੂੰ ਸਾਰੇ ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਤੇ ਉਦੋਂ ਅਸੀਂ ਵਾਹਿਗੁਰੂ ਤੋਂ ਨਾ ਦੂਰ ਹੋ ਜਾਂਦੇ ਹਾਂ। ਪਰ ਦੁੱਖ ਵੀ ਸਾਨੂੰ ਕਿਉਂ ਆਉਂਦੇ ਨੇ? ਕਿਉਂਕਿ ਅਸੀਂ ਵਾਹਿਗੁਰੂ ਦੇ ਤਾਂ ਕਿ ਅਸੀਂ ਨੇੜੇ ਰਹੀਏ। ਜੋ ਦੁੱਖ ਹੈਗਾ ਉਹ ਦਾਰੂ ਹੈ ਸਾਨੂੰ ਵਾਹਿਗੁਰੂ ਦੇ ਨੇੜੇ ਲੈ ਕੇ ਜਾਣ ਦੀ। ਜਦੋਂ ਤੱਕ ਜਦੋਂ ਕਿਸੇ ਮਨੁੱਖ ਦੇ ਹਿਰਦੇ 'ਚ ਵਾਹਿਗੁਰੂ ਵਸਣ ਲੱਗ ਪੈਂਦੇ ਨੇ ਤੇ ਉਹਨਾਂ ਨੂੰ ਫਿਰ ਜਿਹੜੀਆਂ ਸੰਸਾਰਿਕ ਚੀਜ਼ਾਂ ਹੁੰਦੀਆਂ ਨੇ ਨਾ, ਇਹ ਫਿਰ ਉਹਨਾਂ ਤੋਂ ਮੋਹ, ਉਹਨਾਂ ਨੂੰ ਇਹ ਚੀਜ਼ਾਂ 'ਚ ਰਸ ਨਹੀਂ ਆਉਂਦਾ। ਉਹਨਾਂ ਨੂੰ ਵਾਹਿਗੁਰੂ ਦੇ ਜਦੋਂ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਇਸ ਤੋਂ ਉੱਚੀਆਂ ਚੀਜ਼ਾਂ ਜਿਹੜੀਆਂ ਫਿਰ 9 ਨਿਧੀਆਂ ਹੁੰਦੀਆਂ ਨੇ, ਫਿਰ ਉਹਨਾਂ ਨੂੰ ਲੋਭ ਦਿੰਦੀਆਂ ਨੇ। ਉਹ 9 ਨਿਧੀਆਂ ਕਿਹੜੀਆਂ ਨੇ? ਉਹ 9 ਨਿਧੀਆਂ ਹੈਗੀਆਂ, ਸਾਰਿਆਂ ਨਾਲੋਂ ਪਹਿਲਾਂ ਆਉਂਦੀ ਹੈ ਪਦਮ ਨਿਧੀ। ਇਹ ਸਿਰਫ ਇੱਕ ਲਾਈਨ 'ਚ ਮੈਂ ਡਿਸਕ੍ਰਾਈਬ ਕਰਾਂਗੀ ਕਿਉਂਕਿ ਫਿਰ ਨਹੀਂ ਤੇ ਬਹੁਤ ਟਾਈਮ ਹੋ ਜਾਏਗਾ। ਪਦਮ ਨਿਧੀ ਆਉਂਦੀ ਹੈ, ਫਿਰ ਉਸ ਤੋਂ ਬਾਅਦ ਮਹਾਪਦਮ ਨਿਧੀ, नील निधि, मुकंद निधि, नंद निधि, मकर निधि, कश्यप निधि, संख निधि और खरब निधि। ये 9 निधियां ने। ये 9 निधियां वैसे तो डिस्क्राइब करन जाओ तो बहुत वड्डा टॉपिक हो जाता है, पर ये 9 निधियां ये संसारिक चीज़ां दिंदियां ने। ਜਦੋਂ ਬੰਦੇ ਨੂੰ ਕਾਮ ਕ੍ਰੋਧ ਇਹ ਚੀਜ਼ਾਂ ਤੇ ਜਦੋਂ ਆਪਣੇ ਉੱਤੇ ਉਹਨੂੰ ਕਾਬੂ ਆਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹਨੂੰ ਸੰਸਾਰਿਕ ਚੀਜ਼ਾਂ, ਇਹਦੇ 'ਚ ਪ੍ਰੋਪਰਟੀ, ਧਨ, ਇਹਦੇ 'ਚ ਖਿਆਤੀ, ਇਹਦੇ 'ਚ ਵਾਹੀ, ਇਹਦੇ 'ਚ ਸੋਨਾ, ਇਹਦੇ 'ਚ ਬੰਦਾ ਧਰਮ ਵੀ ਕਰਦਾ ਹੈ। ਇਹ ਨਹੀਂ ਕਿ ਇਹਦੇ 'ਚ ਮਨੁੱਖ ਧਰਮ ਨਹੀਂ ਕਰਦਾ, ਇਹਦੇ 'ਚ ਮਨੁੱਖ ਧਰਮ ਵੀ ਕਰਦਾ, ਕਿਉਂਕਿ ਜਦੋਂ ਗੁਰਬਾਣੀ ਪੜ੍ਹਦਾ, ਜਦੋਂ ਉਹ ਵਾਹਿਗੁਰੂ ਸਿਮਰਨ ਕਰਦਾ, ਬੰਦਗੀ ਕਰਦਾ, ਉਹਨੂੰ ਹੀ ਇਹ 9 ਨਿਧੀਆਂ ਮਿਲਦੀਆਂ ਨੇ। 9 ਨਿਧੀਆਂ ਪ੍ਰਾਪਤ ਉਦੋਂ ਹੀ ਹੁੰਦੀਆਂ ਜਦੋਂ ਮਨ ਦੇ ਵਿੱਚ, ਹਿਰਦੇ ਦੇ ਵਿੱਚ ਜਦੋਂ ਵਾਹਿਗੁਰੂ ਨਿਵਾਸ ਕਰਨ, ਉਦੋਂ ਹੀ 9 ਨਿਧੀਆਂ ਦੀ ਪ੍ਰਾਪਤੀ ਹੁੰਦੀ ਹੈ। ਤੇ 9 ਨਿਧੀਆਂ ਦੀ ਪ੍ਰਾਪਤੀ ਇਸ ਲਈ ਹੁੰਦੀ ਹੈ ਕਿ ਵਾਹਿਗੁਰੂ ਦੇ ਔਰ ਸਾਡੇ ਵਿੱਚ ਇਹ ਲੋਭ ਆਉਂਦਾ ਹੈ। ਇਹ ਕਿਉਂਕਿ ਜਦੋਂ ਇਹ ਸੰਸਾਰਿਕ ਚੀਜ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਾਡਾ ਮਨ ਫਿਰ ਇਹਨਾਂ 'ਚ ਉਲਝਦਾ ਹੈ, ਇਹਨਾਂ ਦੇ ਵਿੱਚ ਸਾਡਾ ਮਨ ਭਟਕਦਾ, ਤਾਂ ਕਿ ਪ੍ਰਭੂ ਦੇ ਵਿੱਚ ਔਰ ਸਾਡੇ ਵਿੱਚ ਜਿਹੜੀ ਨਜ਼ਦੀਕੀ ਆਉਂਦੀ ਹੈ, ਉਹ ਨਜ਼ਦੀਕੀ ਆਉਣ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਨੂੰ ਭਟਕਾਉਂਦੀਆਂ ਨੇ। ਤੇ ਇਹਦੇ ਵਿੱਚ ਸਾਰੇ ਐਸ਼ੋ ਆਰਾਮ ਆਉਂਦੇ ਨੇ, ਇਹਦੇ 'ਚ ਸਾਰੇ ਦੁਨਿਆਵੀ ਚੀਜ਼ਾਂ ਆਉਂਦੀਆਂ ਨੇ। ਪਰ ਇਹਦੇ 'ਚ ਵੀ ਅਲੱਗ-ਅਲੱਗ ਹੈ ਕਿ ਕਿੰਨੀਆਂ ਜਨਰੇਸ਼ਨਸ ਤੱਕ ਹੁੰਦੀਆਂ ਨੇ, ਪਰ ਉਹ ਫਿਰ ਬਹੁਤ ਲੰਬਾ ਟੌਪਿਕ ਹੋ ਜਾਂਦਾ। ਇਸ ਤੋਂ ਬਾਅਦ 9 ਨਿਧੀਆਂ ਤੋਂ ਬਾਅਦ 18 ਸਿੱਧੀਆਂ ਦਾ ਵੀ ਗੁਰਬਾਣੀ 'ਚ ਬਹੁਤ ਨਾਮ ਹੈ। ਬਹੁਤ ਵਾਰੀ ਇਹਨਾਂ ਦਾ ਜ਼ਿਕਰ ਹੋਇਆ ਗੁਰਬਾਣੀ ਦੇ ਵਿੱਚ ਵੀ। ਵੈਸੇ ਤੇ 18 ਸਿੱਧੀਆਂ ਤੇ ਮੇਨ ਨੇ, ਸਿੱਧੀਆਂ ਤੇ ਅਸੰਖਿਆ ਨੇ, ਸਿੱਧੀਆਂ ਤੇ ਬਹੁਤ ਸਾਰੀਆਂ ਨੇ, ਪਰ ਗੁਰਬਾਣੀ ਦੇ ਵਿੱਚ 9 ਨਿਧੀਆਂ ਤੇ 18 ਸਿੱਧੀਆਂ ਦਾ ਹੀ ਜ਼ਿਆਦਾ ਜ਼ਿਕਰ ਹੈ। ਹੁਣ ਅਸੀਂ ਦੇਖਾਂਗੇ ਕਿ 18 ਸਿੱਧੀਆਂ ਕਿਹੜੀਆਂ ਹੁੰਦੀਆਂ ਨੇ। 18 ਸਿੱਧੀਆਂ ਹੁੰਦੀਆਂ, ਪਹਿਲਾਂ ਆਉਂਦੀ ਹੈ ਅਣਮਾ ਸਿੱਧੀ। ਅਣਮਾ ਸਿੱਧੀ ਸਿਰਫ ਇੱਕ ਲਾਈਨ ਦਾ ਮੈਂ ਦੱਸਾਂਗੀ। ਅਣਮਾ ਸਿੱਧੀ ਆਉਂਦੀ ਹੈ ਜਿਹਦੇ 'ਚ ਮਨੁੱਖ, ਉਹ ਇਹ ਸਿੱਧੀਆਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਜੋ ਤਪੱਸਿਆ ਕਰਦੇ ਨੇ, ਜੋ ਬੰਦਗੀ ਕਰਦੇ ਨੇ, ਪਰ ਪ੍ਰਭੂ ਨੂੰ ਉਹਨਾਂ ਦਾ ਮੇਲ ਉਦੋਂ ਤੱਕ ਨਹੀਂ ਹੁੰਦਾ। ਇਹ ਸਿੱਧੀਆਂ ਤਾਂ ਪ੍ਰਾਪਤ ਹੁੰਦੀਆਂ ਨੇ, ਜਿਸ ਤਰ੍ਹਾਂ ਮੈਂ ਇੱਕ ਵਾਰੀ ਪਹਿਲਾਂ ਵੀ ਕਥਾ ਕੀਤੀ ਸੀ ਕਿ ਉਹ ਯੋਗੀ ਕੋਲ ਜਾਂਦੇ ਨੇ ਜਿਹੜੇ ਆਪਣੇ ਮੂੰਹ ਤੋਂ ਜਵਾਲਾ ਪ੍ਰਗਟ ਕਰ ਪਾਉਂਦੇ ਨੇ। ਉਹਨਾਂ ਨੇ ਵੀ ਇਹ ਸਾਰੀਆਂ ਬੰਦਗੀ ਕਰਕੇ, ਭਗਤੀ ਕਰਕੇ ਹੀ ਇਹ ਸਿੱਧੀਆਂ ਮਿਲਦੀਆਂ ਨੇ। ਜਿੰਨੇ ਵੀ ਮਹਾਂਪੁਰਖ ਰਹੇ ਨੇ, ਜੋ ਵੀ ਗੁਰਮੁਖ ਰਹੇ ਨੇ, ਉਹ ਇਹ ਸਿੱਧੀਆਂ ਤਪ ਕਰਕੇ, ਇਹ ਭਗਤੀ ਕਰਕੇ ਹੀ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਪਰ ਬਾਣੀ 'ਚ ਇਹ ਵੀ ਲਿਖਿਆ ਹੋਇਆ, ਪਹਿਲਾਂ ਅਸੀਂ ਇਹ ਸਿੱਧੀਆਂ ਦਾ ਨਾਮ ਦੇਖਾਂਗੇ। ਅਣਮਾ ਸਿੱਧੀ ਹੁੰਦੀ ਹੈ ਕਿ ਮਨੁੱਖ ਜੋ ਇਹ ਸਿੱਧੀ ਪ੍ਰਾਪਤ ਕਰ ਲੈਂਦਾ ਹੈ, ਉਹ ਬਿਲਕੁਲ ਇੰਨਾ ਐਟਮ ਜਿੰਨਾ ਛੋਟਾ ਬਣ ਜਾਂਦਾ ਹੈ ਕਿ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਮਹਿਮਾ ਸਿੱਧੀ, ਇਹ ਮਹਿਮਾ ਸਿੱਧੀ 'ਚ ਮਨੁੱਖ ਸਰੀਰ ਆਪਣਾ ਬਹੁਤ ਵੱਡਾ ਕਰ ਲੈਂਦਾ। ਇਸ ਤੋਂ ਬਾਅਦ ਆਉਂਦੀ ਗਰਮਾ ਸਿੱਧੀ। ਗਰਮਾ ਸਿੱਧੀ 'ਚ ਮਨੁੱਖ ਸਰੀਰ ਇੰਨਾ ਹੈਵੀ ਕਰ ਲੈਂਦਾ ਹੈ ਕਿ ਉਹਨੂੰ ਕੋਈ ਚੁੱਕ ਨਹੀਂ ਪਾਉਂਦਾ। ਇਹ ਅਸੀਂ ਇੱਕ ਐਗਜ਼ਾਮਪਲ ਲਵਾਂਗੇ, ਜਿੱਦਾਂ ਪਹਿਲਾਂ ਇਹ ਸੀਰੀਅਲ ਵਗੈਰਾ ਆਉਂਦੇ ਸੀ, ਉਹਦੇ ਵਿੱਚ ਇਹ ਆਂਦਾ ਸੀ ਕਿ ਬਈ ਉਹ ਸਰੀਰ ਆਪਣਾ ਇੰਨਾ ਹੈਵੀ ਕਰ ਲੈਂਦੇ ਕਿ ਕੋਈ ਚੁੱਕ ਨਹੀਂ ਪਾਉਂਦਾ ਹੈ।
ਲਗਮਾ ਸਿੱਧੀ ਚ ਉਹ ਇੰਨਾ ਵੇਟਲੈਸ ਕਰ ਲੈਂਦੇ ਨੇ ਆਪਣੇ ਆਪ ਨੂੰ, ਬਿਲਕੁਲ ਜਿਸ ਤਰ੍ਹਾਂ ਵੇਟਲੈਸ ਕਾਟਨ ਦੀ ਤਰ੍ਹਾਂ, ਉਹਦੇ ਚ ਭਾਰ ਹੀ ਨਹੀਂ ਰਹਿੰਦਾ। ਪ੍ਰਾਪਤੀ ਸਿੱਧੀ, ਉਹ ਇੱਛਾ ਅਨੁਸਾਰ ਕੋਈ ਵੀ ਚੀਜ਼ ਪ੍ਰਾਪਤ ਕਰ ਲੈਂਦੇ ਨੇ। ਕਾਮਯ ਸਿੱਧੀ ਹੁੰਦੀ ਹੈ ਕਿ ਜ਼ਮੀਨ ਆਸਮਾਨ ਤੇ ਉਹ ਕਿਤੇ ਵੀ ਬਿਨਾਂ ਕਿਸੇ ਰੁਕਾਵਟ ਤੇ ਉੜ ਕੇ ਉਹ ਚਲੇ ਜਾਂਦੇ ਨੇ। ਇਸ ਤੋਂ ਬਾਅਦ ਆਉਂਦੀ ਹੈ ਵਸ਼ੀਕਰਨ, ਜੋ ਕਿ ਵਸ਼ੀਕਰਨ ਤੇ ਸਾਰਿਆਂ ਨੂੰ ਪਤਾ ਹੀ ਹੈ, ਵਸ਼ੀਕਰਨ ਜੋ ਦੂਸਰੇ ਨੂੰ ਆਪਣੇ ਕਾਬੂ ਕਰ ਲੈਣਾ। ਪਰ ਇਹ ਭਗਤੀ, ਜੋ ਭਗਤ ਹੁੰਦੇ ਨੇ, ਜੋ ਤਪੱਸਿਆ ਕਰਦੇ ਨੇ, ਉਹ ਤੇ ਦੂਸਰੇ ਮਨੁੱਖ ਨੂੰ ਹੀ ਨਹੀਂ, ਉਹ ਜਿਹੜੇ 5 ਤੱਤ ਹੁੰਦੇ ਨੇ, ਹਵਾ, ਪਾਣੀ, ਬਾਰਿਸ਼, ਇਹ ਸਾਰਿਆਂ ਨੂੰ ਵੀ ਆਪਣੇ ਕਾਬੂ ਕਰ ਲੈਂਦੇ ਨੇ ਕਿ ਇੱਥੇ ਬਾਰਿਸ਼ ਹੋਏਗੀ ਤੇ ਉਹ ਉੱਥੇ ਬਾਰਿਸ਼ ਹੁੰਦੀ ਹੈ, ਇੱਥੇ ਅੱਗ ਲੱਗ ਜੇ ਤਾਂ ਉੱਥੇ ਹੀ ਅੱਗ ਲੱਗਦੀ ਹੈ। ਕਿਸੇ ਨੂੰ ਵੀ ਉਹ ਹਵਾ ਦਾ ਵੀ ਰੁਖ ਬਦਲ ਦਿੰਦੇ ਨੇ। ਜਿਹੜੇ ਤਪਸਵੀ ਹੁੰਦੇ ਨੇ ਉਹਨਾਂ ਕੋਲ ਇਹ ਸਿੱਧੀਆਂ ਆ ਜਾਂਦੀਆਂ ਨੇ। ਇਸ ਤੋਂ ਬਾਅਦ ਇਸ਼ਟਮ ਸਿੱਧੀ, ਅਨੁਰੂਪੀ ਸਿੱਧੀ 'ਚ ਜਿਨ੍ਹਾਂ ਨੂੰ ਇਹ ਸਿੱਧੀ ਪ੍ਰਾਪਤ ਹੁੰਦੀ ਹੈ, ਮਨੁੱਖ ਉਹ ਆਪਣੀ ਭੁੱਖ ਪਿਆਸ ਦੇ ਉੱਤੇ ਕੰਟਰੋਲ ਉਹਨਾਂ ਨੂੰ ਇੰਨਾ ਆ ਜਾਂਦਾ ਕਿ ਉਹ ਮਹੀਨਾ ਉਹ ਖਾਣਾ ਹੀ ਨਹੀਂ ਖਾਂਦੇ। ਇਹ ਵੀ ਅਸੀਂ ਦੇਖਾਂਗੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਜਾਂ ਅਸੀਂ ਜਦੋਂ ਛੋਟੇ ਹੁੰਦੇ ਵੀ ਅਸੀਂ ਜਦੋਂ ਸਟੋਰੀਜ਼ ਪੜ੍ਹਦੇ ਸੀ ਬੁੱਕਸ ਦੇ ਵਿੱਚ, ਉਦੋਂ ਅਸੀਂ ਇਹ ਸੋਚਦੇ ਹੁੰਦੇ ਸੀ, ਉਹਦੇ 'ਚ ਲਿਖਿਆ ਹੁੰਦਾ ਸੀ ਕਿ ਜੋ ਯੋਗੀ ਹੁੰਦੇ ਨੇ, ਤਪਸਵੀ ਹੁੰਦੇ ਨੇ, ਉਹਨਾਂ ਨੂੰ ਭੁੱਖ ਪਿਆਸ ਹੀ ਨਹੀਂ ਲੱਗਦੀ। ਉਹ ਕਿੰਨੇ ਚਿਰ ਤੱਕ ਉਹ ਆਪਣੀ ਤਪੱਸਿਆ 'ਚ ਲੀਨ ਰਹਿੰਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਦੋਂ ਦਿਨ ਹੁੰਦਾ, ਕਦੋਂ ਰਾਤ ਹੁੰਦੀ ਆ, ਨਾ ਭੁੱਖ ਨਾ ਪਾਣੀ, ਕੁਛ ਨਹੀਂ। ਮਨੋਵੇਗ 'ਚ ਆਂਦਾ ਹੈ ਕਿ ਮਨੋਵੇਗ ਉਹ ਜਿਸ ਤਰ੍ਹਾਂ ਸਾਡਾ ਮਨ 1 ਮਿੰਟ 'ਚ ਹੁਣੇ ਇੱਥੇ ਤੇ ਹੁਣੇ ਉੱਥੇ, ਤੇ ਉਸੇ ਤਰ੍ਹਾਂ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਉਹ ਜਿਨ੍ਹਾਂ ਨੂੰ ਇਹ ਸਿੱਧੀ ਪ੍ਰਾਪਤ ਹੁੰਦੀ ਹੈ, ਉਹ ਮਨ ਦੀ ਸਪੀਡ ਦੇ ਨਾਲ ਉਹ ਕਿਤੇ ਵੀ ਜਾ ਸਕਦੇ ਨੇ। ਕਾਮ ਰੂਪ ਇਹਦੇ 'ਚ ਆਂਦਾ ਹੈ। ਕਾਮ ਦਾ ਸਿਰਫ ਮਤਲਬ ਹੁੰਦਾ ਹੈ ਕਿ ਕਾਮਨਾ ਕਰਨਾ। ਕਾਮਨਾ ਮਤਲਬ ਇੱਛਾ, ਜੋ ਆਪਣੀ ਇੱਛਾ ਅਨੁਰੂਪ ਉਹ ਕੋਈ ਵੀ ਚੀਜ਼ ਪ੍ਰਗਟ ਕਰ ਸਕਦੇ ਸੀ, ਕੋਈ ਵੀ ਰੂਪ ਧਾਰਨ ਕਰ ਸਕਦੇ ਸੀ। ਜਿਸ ਤਰ੍ਹਾਂ ਕਿ ਸੀਤਾ ਨੂੰ ਮੋਹਣ ਉਹਨਾਂ ਨੂੰ ਜਦੋਂ ਸੀਤਾ ਦਾ ਹਰਨ ਹੋਇਆ ਤੇ ਸੋਨੇ ਦਾ ਉਹ ਹਿਰਨ ਬਣ ਕੇ ਆਏ, ਉਹ ਐਸੇ ਹੀ ਸਿੱਧੀ ਦੇ ਨਾਲ ਸੋਨੇ ਦੇ ਹਿਰਨ ਦੀ ਉਹਨਾਂ ਨੇ ਰੂਪ ਧਾਰਨ ਕੀਤਾ। ਪਰ ਕਾਇਆ ਪ੍ਰਵੇਸ਼, ਦੂਸਰੇ ਦੇ ਅੰਦਰ ਵੀ ਪ੍ਰਵੇਸ਼ ਕਰ ਜਾਣਾ। ਸੁਕ੍ਰਿੜਿਆ ਇਹ ਦੇਖ ਲੈਂਦੇ ਨੇ ਕਿ ਆਕਾਸ਼, ਜਿਹੜਾ ਆਕਾਸ਼ ਮੰਡਲ ਹੈ, ਜਿਹੜੇ ਦੇਵੀ ਦੇਵਤਿਆਂ ਦੇ ਵੀ ਮੰਡਲ ਨੇ, ਉਹਨਾਂ ਦਾ ਵੀ ਦੇਖ ਲੈਣਾ ਕਿ ਉਹ ਕੀ ਕਰ ਰਹੇ ਨੇ। ਸੰਕਲਪ ਸਿੱਧੀ ਜਿਸ ਤਰ੍ਹਾਂ ਕੋਈ ਵੀ ਸੰਕਲਪ ਕਰਕੇ ਉਹ ਚੀਜ਼ ਨੂੰ, ਜਿਸ ਤਰ੍ਹਾਂ ਕਿਸੇ ਨੇ ਕਹਿਤਾ ਕਿ ਇੱਥੇ ਘਰ ਹੈ ਤੇ ਉਹ ਉਹਨਾਂ ਨੇ ਸੋਚਿਆ ਕਿ ਇੱਥੇ ਸਾਨੂੰ ਘਰ ਬਣਾਉਣ 'ਚ ਤੇ ਸਾਲੋਂ ਸਾਲ ਲੱਗ ਜਾਂਦੇ ਨੇ, ਉਹ ਉਸੇ ਟਾਈਮ ਤੇ ਇੱਕ ਸੋਚਿਆ ਤੇ ਉੱਥੇ ਘਰ ਬਣ ਗਿਆ। ਉੱਥੇ ਸੋਚਿਆ ਤੇ ਉੱਥੇ ਕੋਈ ਵੀ ਚੀਜ਼ ਆ ਗਈ। ਜੋ ਉਹ ਸੰਕਲਪ ਕਰਦੇ ਨੇ, ਮਨ ਦੇ ਵਿੱਚ ਸੋਚਦੇ ਨੇ, ਉਹ 1 ਮਿੰਟ 'ਚ ਹੋ ਜਾਂਦਾ ਹੈ। ਅਪਤ੍ਰਹ ਚਾਹੁੰਦੇ ਕਿ ਉਹ ਅੰਡਰਗਰਾਉਂਡ ਵੀ ਹੋ ਜਾਂਦੇ ਨੇ, ਉਹ ਜਦੋਂ ਚਾਹੁੰਦੇ ਨੇ ਉਹ ਅੰਡਰਗਰਾਉਂਡ ਵੀ ਹੋ ਜਾਂਦੇ। ਅਗਰ ਉਹ ਆਕਾਸ਼ ਲੋਕ 'ਚ ਜਾਣਾ ਚਾਹੁੰਦੇ ਆ, ਉੱਥੇ ਵੀ ਚਲੇ ਜਾਂਦੇ ਨੇ। ਇਹ ਸਾਰੀਆਂ ਸਿੱਧੀਆਂ ਹੁੰਦੀਆਂ ਨੇ। ਇਹ ਉਸ ਤੋਂ ਆਉਂਦਾ ਪਰਕਮ, ਉਹਦੇ 'ਚ ਜਿਸ ਤਰ੍ਹਾਂ ਕਦੀ ਪ੍ਰਿਥਵੀ ਵਿੱਚ ਵੀ ਉਹ ਲੀਨ ਹੋ ਜਾਂਦੇ ਨੇ, ਉਹ ਪਾਣੀ ਦਾ ਰੂਪ ਵੀ ਧਾਰਨ ਕਰ ਲੈਂਦੇ ਨੇ। ਇਹ ਮੈਂ ਬੜੀ ਜਲਦੀ ਇੱਕ ਲਾਈਨ 'ਚ ਤੁਹਾਨੂੰ ਦੱਸਿਆ ਹੈ ਤਾਂ ਕਿ ਸਮੇਂ ਜ਼ਿਆਦਾ ਨਾ ਲਿੱਤਾ ਜਾਏ। ਪਰ ਸਾਨੂੰ ਗੁਰਬਾਣੀ ਕੀ ਕਹਿੰਦੀ ਹੈ ਕਿ ਇਹ ਸਿੱਧੀਆਂ ਜਦੋਂ ਪ੍ਰਾਪਤ ਹੁੰਦੀਆਂ ਨੇ, ਪਰ ਇਹ ਸਿੱਧੀਆਂ ਵੀ ਇਹ ਲੋਭ ਦਿੰਦੀਆਂ ਨੇ, ਕਿਉਂਕਿ ਜੋ ਮਨੁੱਖ ਹੈ ਉਹ ਹਮੇਸ਼ਾ ਸ਼ਕਤੀ ਦਾ ਪੁਜਾਰੀ ਰਿਹਾ ਹੈ। ਤੇ ਜਦੋਂ ਇਹ ਚੀਜ਼ਾਂ ਸਾਡੇ ਕੋਲ ਆਂਦੀਆਂ ਨੇ, ਜਾਂ ਕਿਸੇ ਮਨੁੱਖ ਦੇ ਕੋਲੇ ਜਦੋਂ ਚੀਜ਼ਾਂ ਆਂਦੀਆਂ ਨੇ, ਤੇ ਇਹ ਉਹ ਫਿਰ ਜੋ ਸ਼ਕਤੀਆਂ ਦਾ ਉਹ ਜੋ ਕਈ ਮਨੁੱਖ ਤੇ ਹੁੰਦੇ ਨੇ ਜਿਨ੍ਹਾਂ ਕੋਈ ਸ਼ਕਤੀ ਆਂਦੀ ਹੈ ਤੇ ਉਹ ਮਿਸਯੂਜ਼ ਕਰਨ ਲੱਗ ਪੈਂਦੇ ਨੇ। ਪਰ ਜੋ ਗੁਰਮੁਖ ਹੁੰਦੇ ਨੇ, ਜੋ ਭਗਤ ਹੁੰਦੇ ਨੇ, ਪਰ ਉਹ ਇਹ 9 ਨਿਧੀਆਂ ਸਿੱਧੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਗੁਰੂ ਦੀ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ। ਜਿਸ ਤਰ੍ਹਾਂ ਅਸੀਂ ਜਦੋਂ ਫਰੀਦ ਜੀ ਦੀ ਜਦੋਂ ਅਸੀਂ ਜੀਵਨੀ ਕੀਤੀ ਸੀ, ਉਹਨਾਂ ਦੇ ਜੀਵਨ ਦੇ ਬਾਰੇ ਅਸੀਂ ਇੱਕ ਵਾਰੀ ਪਹਿਲਾਂ ਡਿਸਕਸ ਕੀਤਾ ਸੀ, ਤੇ ਅਸੀਂ ਦੇਖਿਆ ਸੀ ਕਿ ਜਦੋਂ ਫਰੀਦ ਜੀ ਜਾਂਦੇ ਨੇ ਤੇ ਉਹ ਬੋਲ ਵੀ ਦੇਖਦੇ ਨੇ ਤੇ ਬੋਲ ਹਵਾ 'ਚ ਖੜੀ ਕਰ ਦਿੰਦੇ ਨੇ, ਪਰ ਉਹ ਉਹਨਾਂ 'ਚ ਸਿੱਧੀਆਂ ਹੁੰਦੀਆਂ ਨੇ, ਪਰ ਉਹਨਾਂ ਨੂੰ ਪਰਮਾਤਮਾ ਨੂੰ ਮਿਲਣਾ ਹੁੰਦਾ ਹੈ। ਜੋ ਇਹ ਸਿੱਧੀਆਂ ਜਿਨ੍ਹਾਂ ਨੂੰ ਮਿਲ ਵੀ ਜਾਂਦੀਆਂ ਨੇ, ਉਹ ਪਰ ਪਰਮਾਤਮਾ ਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਉਹਨਾਂ 'ਚ ਇੰਨੀ ਤੜਪ ਹੁੰਦੀ ਹੈ ਕਿ ਉਹ ਇਹ ਸਿੱਧੀਆਂ ਵੀ ਉਹਨਾਂ ਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ।
पर गुरबाणी ने सानू दस्या है कि सब निदान 10 अष्ट सिद्धांत ठाकुर कर तल तरिया, कि परमात्मा ने ये सारिया सिद्धियां ते अपने तली दे उत्ते अपने हाथ दे उत्ते रखियां होइयां ने। पर ये किन्नू मिलदियां ने? किन्नू मिलदियां ने? ब्रह्म बिंदे तिसका ब्रह्मत हरे एक शब्द लिव लाए। कहते ने ये उन्हां नू प्राप्त होंदियां ने जिन्हां दे मूँह ते हमेशा वाहिगुरु दा नाम रहिंदा है, जिन्हां दे कर्मां च कोई भी काम करदे ने वाहिगुरु दा नाम दी सेवा करदे ने। ते उन्हां दे नव निधि 18 सिद्धि जिन्हां ते उन्हां दे पिछे फिर ये सिद्धियां फिरदियां ने, उन्हां नू ये सिद्धियां प्राप्त होंदियां ने। पर जो सच्चा गुरमुख है, जो सच्चा भगत है वाहिगुरु दा, उन्हां वास्ते ये सिद्धियां कोई मायने नहीं रखदियां। वो इन्हां सिद्धियां दे पिछे ਉਹ ਇਹਨਾਂ ਨੂੰ ਮਿਸਯੂਜ਼ ਨਹੀਂ ਕਰਦੇ, ਉਹ ਇਹਨਾਂ ਸਿੱਧੀਆਂ ਨੂੰ ਈਵਨ किसी दी भलाई करन वास्ते अगर वो यूज़ हो सकन ते करते ने, नहीं तो वो नहीं करते। गुरबाणी ने तो ये भी सानू साडी गुरबाणी ने सानू समझाया है कि रिद्ध सिद्ध सब मोह है, नाम ना वसे मन आए। कि जिहड़ियां रिद्ध सिद्ध जिहड़ियां हुंदियां ने, रिद्धियां सिद्धियां हुंदियां ने, ये भी सानू भटकांदियां ने कि असी भजन बंदगी तो साडा मन भटके। इसलिए जो सच्चा भगत है वो इन्हां रिद्धियां सिद्धियां भी उन्हां वास्ते मायने नहीं रखदियां। गुरबाणी जदों असी इतिहास पढ़ीए तो सानू इतिहास 'च असी ये भी पढ़न नूं मिलदा है कि साडे गुरुआं ने जो साडे गुरुआं दे नाल जो सिख रहे होणगे, असी कई बारी मैं बैठ के सोचदी हां पर वो भी ते किन्ने उन्हां दे भाग, उन्हां दे भी किन्ने कर्म उन्हां दे अच्छे होणगे जो वो कि गुरुआं दे नाल रहे, जो गुरुआं दी सेवा 'च रहे। मीनस उन्हां 'च भी ते इन्नियां उन्हां दे भी भगती उन्हां 'च भी इन्नी होएगी जो बाबा जी दे नाल उन्हां दी सेवा 'च वो रहे ने। वो भी कोई छोटी कोई आत्मा, कोई छोटी रूह नहीं, वो भी सच्चियां रूहां हुंदियां सी जो उन्हां दी सेवा दे विच हुंदे सी। पर एदी एक छोटी जी साखी है कि साडे गुरुआं ने अपने सिखां नूं भी जिस तरह उन्होंने जोत साडे अंदर रखी है, सानू अपना मन खोजना है, उन्होंने जोत साडे अंदर रखी है, उन्होंने ये सारियां शक्तियां भी साडे अंदर सानू साडी देह दे अंदर दे के ही सानू ये धरती ते भेजिया। पर ये साडे उत्ते डिपेंड करता है कि असी किन्नी भगती करिए, असी किन्ने चंगे कर्म करिए, असी किन्नियां अपनियां शक्तियां जागृत करिए। हुण असी अच्छे कर्म करांगे, असी बाणी पढ़ांगे, नाम सिमरन करांगे, ताइयों ये चीज़ां साडे अंदर जागृत होणगियां। पर साडा उहदे वास्ते सारें नालों पहलां सानू अपने विकार छड्डणे पैणगे। उस तो बाद चो साडियां जिहड़ियां 9 निधियां सानू इहदे वल नहीं देखना, जो फिर सिद्धियां ये तो खैर बहुत दूर की गल है। पर इस असी उस मार्ग ते चलना जो सानू गुरबाणी ने मार्ग दिता है, सानू दस्या है। हुण साडे गुरुआं ने अपने सिखां नूं भी ये सब सिद्धियां दित्तियां सी। एक बारी गुरु रामदास जी दे समय की गल है कि भाई सालो जी सीगे, वो दरबार साहब दे विच झाड़ू लगा रहे सी ते एक योगी आया। पुराने जमाने च तपस्या, योगियां ने भी तपस्या करके सिद्धियां प्राप्त कीतियां हुई सी। एक उत्थे योगी आया, योगी ने सिद्धि प्राप्त की हुई सी कि उन्हां दे कोल कमंडल हुंदे सी। जो पुराने टाइम च योगी हुंदे सी ते वो अपने कोल कमंडल रखदे हुंदे सी ते उन्हां ने सिद्धि प्राप्त की हुई सी कि उन्हां दे कमंडल दे विच किन्ना भी कोई खाना पा दे, किन्ना भी कोई राशन पा दे, वो भरदा नहीं सी। ते उन्होंने पता सी, उन्होंने अपने ते मान सी, क्योंकि सिद्धियां प्राप्त करके भी मान आ जाना, अहंकार आ जाना, ये सिद्धियां दे पिछे लग जाना, दूसरे नूं नीचा दिखा देना, ये भी फिर सिद्धियां दा ये मिसयूज हुंदा है ते ताइयों फिर प्राप्ति नहीं हुंदी, वाहिगुरु दी प्राप्ति नहीं हुंदी। ते जदों उन्हें क्या वो योगी ने सोचा कि मैं गुरु रामदास जी दे लंगर दे विच जाना है ते मैं अज उन्हां दा लंगर खत्म करांगा, उन्हां नूं कहांगा कि तुसी मैनू इहदे मेरा कमंडल भर के दसो। ते जदों वो योगी जांदा है ते भाई सालो जी उत्थे झाड़ू लगा रहे हुंदे ने ते उन्हां नूं पुछदा है कि लंगर प्रशादा कित्थे मिलेगा। ते वो लंगर वाले पासे उन्हां नूं इशारा कर दिंदे ने कि उत्थे होएगा।
ਉੱਥੇ ਤੁਸੀਂ ਜਾ ਕੇ ਲੰਗਰ ਲੈ ਲਓ। ਤੇ ਉਹ ਜਿਹੜਾ ਯੋਗੀ ਹੁੰਦਾ ਆਪਣੇ ਮਨ 'ਚ ਹੱਸਦਾ ਕਿ ਅੱਜ ਤੇ ਮੈਂ ਸਾਰਾ ਲੰਗਰ ਖਤਮ ਮੁਕਾ ਦੇਣਾ। ਜਦੋਂ ਉੱਥੇ ਜਾਂਦਾ ਹੈ, ਪਰ ਜਿਹੜੇ ਉੱਥੇ ਸਿੱਖ ਵੀ ਹੁੰਦੇ ਨੇ, ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਗੁਰੂ ਦੇ ਸਿੱਖ ਵੀ ਕੋਈ ਛੋਟੇ ਮੋਟੇ ਕੋਈ ਉਹ ਵੀ ਬਹੁਤ ਵੱਡੀਆਂ ਰੂਹਾਂ ਸੀਗੀਆਂ, ਉਹ ਵੀ ਬੜੀਆਂ ਵੱਡੀਆਂ, ਕਿਉਂਕਿ ਗੁਰੂਆਂ ਨੇ ਆਪਣੀਆਂ ਸ਼ਕਤੀਆਂ ਆਪਣੇ ਸਿੱਖਾਂ ਨੂੰ ਦਿੱਤੀਆਂ ਹੋਈਆਂ ਨੇ, ਈਵਨ ਸਾਨੂੰ ਵੀ ਦਿੱਤੀਆਂ ਹੋਈਆਂ ਨੇ। ਪਰ ਅਸੀਂ ਉਹ ਇੰਨੇ ਰਸਤੇ ਤੇ ਹੀ ਨਹੀਂ ਚੱਲਦੇ ਕਿ ਸਾਨੂੰ ਕੁਝ ਵੀ ਪ੍ਰਾਪਤ ਹੋਏ। ਅਸੀਂ ਤੇ ਭਟਕੇ ਹੀ ਰਹਿੰਦੇ ਹਾਂ ਸੰਸਾਰ ਦੇ ਵਿੱਚ। ਤੇ ਜਦੋਂ ਉਹ ਲੰਗਰ 'ਚ ਜਾਂਦੇ ਨੇ ਤੇ ਉੱਥੇ ਉਹ ਬੈਠਦੇ ਨੇ, ਤੇ ਉੱਥੇ ਜੋ ਲੰਗਰ ਵਰਤਾ ਰਹੇ ਹੁੰਦੇ ਨੇ ਗੁਰੂ ਦੇ ਸਿੱਖ, ਉਹਨਾਂ ਨੂੰ ਪਤਾ ਚੱਲ ਜਾਂਦਾ, ਕਿਉਂਕਿ ਉਹ ਵੀ ਰੂਹਾਂ ਉੱਚੀਆਂ ਸੁੱਚੀਆਂ ਹੁੰਦੀਆਂ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਯੋਗੀ ਆਏ ਨੇ ਤੇ ਇਹਨਾਂ ਕੋ ਇਹ ਸਿੱਧੀ ਹੈਗੀ ਹੈ। ਤੇ ਉਹ ਬੈਠ ਜਾਂਦੇ ਨੇ ਤੇ ਉਹ ਕਹਿੰਦੇ ਨੇ ਇਹ ਯੋਗੀ ਆ ਗਿਆ ਤੇ ਅਸੀਂ ਆਪਣੇ ਗੁਰੂ ਜੀ ਨੂੰ ਗੁਰੂ ਸਾਹਿਬ ਨੂੰ ਬੁਲਾਈਏ। ਇੱਕ ਸਿੱਖ ਦੂਜੇ ਨੂੰ ਕਹਿੰਦਾ ਤੇ ਦੂਜਾ ਸਿੱਖ ਕਹਿੰਦਾ ਇੰਨੀ ਛੋਟੀ ਜਿਹੀ ਗੱਲ ਵਾਸਤੇ ਗੁਰੂ ਜੀ ਨੂੰ ਬੁਲਾਉਣ ਦੀ ਲੋੜ ਨਹੀਂ ਹੈ, ਇਹਦੇ ਵਾਸਤੇ ਤੇ ਭਾਈ ਸਾਲੋ ਜੀ ਨੂੰ ਬੁਲਾ ਲਓ। ਔਰ ਭਾਈ ਸਾਲੋ ਜੀ ਤੇ ਬਾਹਰ ਝਾੜੂ ਲਗਾ ਰਹੇ ਹੁੰਦੇ ਨੇ ਦਰਬਾਰ ਸਾਹਿਬ 'ਚ। ਤੇ ਉਹ ਜਦੋਂ ਸਿੱਖ ਜਾਂਦਾ ਕਹਿੰਦਾ ਭਾਈ ਜੀ ਤੁਹਾਡੀ ਉੱਥੇ ਜ਼ਰੂਰਤ ਹੈ, ਤੁਸੀਂ ਅੰਦਰ ਆਓ। ਤੇ ਸਾਲੋ ਜੀ ਕਹਿੰਦੇ ਨੇ ਮੈਂ ਝਾੜੂ ਲਗਾ ਲਵਾਂ, ਮੈਂ ਹੁਣੇ ਆਣਾ। ਉਹ ਕਹਿੰਦੇ ਨਹੀਂ ਤੁਹਾਡੀ ਜੀ ਅੰਦਰ ਲੋੜ ਹੈ। ਤੇ ਉਹ ਕਹਿੰਦੇ ਨੇ ਅੱਛਾ। ਤੇ ਭਾਈ ਸਾਲੋ ਜੀ ਜਾਂਦੇ ਨੇ ਉੱਥੇ, ਹੱਥ ਮੂੰਹ ਪੰਜ ਇਸ਼ਨਾਨਾ ਕਰਦੇ ਨੇ, ਝਾੜੂ ਰੱਖਦੇ ਨੇ, ਪੰਜ ਇਸ਼ਨਾਨਾ ਕਰਦੇ ਨੇ, ਤੇ ਲੰਗਰ 'ਚ ਉੱਥੇ ਜਾਂਦੇ ਨੇ ਤੇ ਚਾਵਲਾਂ ਵਾਲੀ ਪਤੀਲਾ ਚੁੱਕ ਲੈਂਦੇ ਨੇ ਔਰ ਇੱਕ ਮੁੱਠੀ ਜਿਸ ਤਰ੍ਹਾਂ ਸਾਰਿਆਂ ਨੂੰ ਵਰਤਾ ਰਹੇ ਹੁੰਦੇ ਨੇ। ਤੇ ਜਦੋਂ ਯੋਗੀ ਦਾ ਉੱਥੇ ਯੋਗੀ ਦੀ ਵਾਰੀ ਆਉਂਦੀ ਆ ਤੇ ਯੋਗੀ ਨੂੰ ਕਹਿੰਦੇ ਨੇ ਕਰ ਕਮੰਡਲ। ਤੇ ਯੋਗੀ ਕਹਿੰਦਾ ਤੁਸੀਂ ਇਹਦੇ ਨਾਲ ਕੁਝ ਨਹੀਂ ਹੋਣਾ, ਤੁਸੀਂ ਆਪਣਾ ਸਾਰਾ ਲੰਗਰ ਲੈ ਆਓ। ਤੇ ਭਾਈ ਸਾਲੋ ਜੀ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ 5 ਵਾਰੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਔਰ ਇੱਕ ਮੁੱਠੀ ਚੌਲ ਲੈ ਕੇ ਕਹਿੰਦੇ ਆ ਲੈ ਭਾਈ ਹੁਣ ਤੇਰਾ ਅਖੀਰੀ ਰਿਜ਼ਕ। ਉਹਨਾਂ ਦੇ ਮੂੰਹ ਤੋਂ ਬਚਨ ਹੋ ਜਾਂਦੇ ਨੇ ਤੇਰਾ ਅਖੀਰੀ ਰਿਜ਼ਕ। ਔਰ ਜਿਸ ਤਰ੍ਹਾਂ ਹੀ ਉਹਦੇ ਕਮੰਡਲ ਦੇ ਵਿੱਚ ਉਹ ਇੱਕ ਮੁੱਠੀ ਚੌਲ ਪਾਉਂਦੇ ਨੇ, ਕਮੰਡਲ ਭਰ ਕੇ ਬਾਹਰ ਚੌਲ ਗਿਰਨੇ ਸ਼ੁਰੂ ਹੋ ਜਾਂਦੇ ਨੇ। ਤੇ ਉੱਥੇ ਉਹ ਯੋਗੀ ਹੈਰਾਨ ਹੋ ਜਾਂਦਾ ਕਿ ਜਿਹੜੇ ਸਿੱਖ ਕੋਲ ਇੰਨੀਆਂ ਕਰਾਮਾਤਾਂ ਨੇ, ਉਹਨਾਂ ਦੇ ਚਰਨਾਂ 'ਚ ਗਿਰ ਪੈਂਦਾ। ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਆਪਣੀ ਸ਼ਰਨ 'ਚ ਲੈ ਲਓ। ਉਹ ਕਹਿੰਦੇ ਜੀ ਸਾਨੂੰ ਸ਼ਰਨ 'ਚ ਅਸੀਂ ਨਹੀਂ ਲੈ ਸਕਦੇ ਤੁਹਾਨੂੰ ਆਪਣੀ ਸ਼ਰਨ 'ਚ। ਉਹ ਕਹਿੰਦੇ ਜੀ ਮੇਰੀ ਭੁੱਲ ਬਖਸ਼ਾ ਦਿਓ। ਕਹਿੰਦੇ ਭੁੱਲ ਬਖਸ਼ਾ, ਉਹ ਤੇ ਸਾਡੇ ਗੁਰੂ ਜੀ ਹੀ ਭੁੱਲ ਬਖਸ਼ਾਣਗੇ। ਉਹ ਜਦੋਂ ਬਾਬਾ ਜੀ ਦੇ ਕੋਲ ਜਾਂਦੇ ਨੇ, ਗੁਰੂ ਜੀ ਦੇ ਕੋਲ ਜਾਂਦੇ ਨੇ, ਗੁਰੂ ਰਾਮਦਾਸ ਜੀ ਦੇ ਕੋਲ ਜਾਂਦੇ ਨੇ, ਪਰ ਉਹ ਵੀ ਆਪਣੇ ਸਿੱਖਾਂ ਦਾ ਵਚਨ ਉਹ ਵੀ ਰੱਖਦੇ ਨੇ। ਉਹ ਕਹਿੰਦੇ ਜਦੋਂ ਤੱਕ ਤੇ ਤੂੰ ਐਸ ਸੀਮਾ ਦੇ ਅੰਦਰ ਰਹੇਗਾ ਤੇ ਤੈਨੂੰ ਕੁਝ ਨਹੀਂ ਮਿਲੇਗਾ, ਤੂੰ ਐਸ ਸੀਮਾ ਤੋਂ ਬਾਹਰ ਚਲਾ ਜਾ ਤੇ ਤੈਨੂੰ ਉੱਥੇ ਸਭ ਕੁਝ ਤੈਨੂੰ ਮਿਲੇਗਾ। ਪਰ ਐਸ ਸੀਮਾ ਸਾਡੇ ਸਿੱਖ ਨੇ ਅਗਰ ਵਚਨ ਕਰਤਾ ਤੇ ਅਸੀਂ ਆਪਣੇ ਸਿੱਖ ਦਾ ਵਚਨ ਵੀ ਰੱਖਾਂਗੇ। ਅਗਰ ਅਸੀਂ ਆਪਣੇ ਗੁਰੂ ਦੇ ਮਾਰਗ ਤੇ ਚੱਲਾਂਗੇ ਤੇ ਤਾਂ ਹੀ ਉਹ ਗੁਰੂ ਜੀ ਸਾਨੂੰ, ਬਾਬਾ ਜੀ ਸਾਡੇ ਤੇ ਵੀ ਬਖਸ਼ਿਸ਼ਾਂ ਕਰਨਗੇ। ਪਰ ਅਗਰ ਅਸੀਂ ਮਨੋਰਥ ਜੋ ਅਸੀਂ ਕਰਨ ਆਏ ਆ, ਅਸੀਂ ਭਗਤੀ ਕਰਨ ਆਏ ਆ, ਅਸੀਂ ਨਾਮ ਬਾਣੀ ਸਿਮਰਨ ਕਰਨ ਆਏ ਆ, ਅਗਰ ਅਸੀਂ ਉਹ ਨਹੀਂ ਕਰਾਂਗੇ ਤੇ ਫਿਰ ਸਾਡਾ ਉਧਾਰ ਕਿੱਥੋਂ ਹੋਏਗਾ। ਤੇ ਇਹ ਥੋੜੀ ਜੀ ਉਹ ਪ੍ਰਵਾਨ ਕਰਨਾ। ਹੁਣ ਅਸੀਂ ਅੱਜ ਦੇਖਦੇ ਆ ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉਠਾ। ਉਹ ਕਹਿੰਦੇ ਸਾਰੇ ਹੀ ਸਭ ਕੋ ਆਸਿਆ ਤੇਰੀ ਬੈਠਾ, ਹਰ ਇੱਕ ਕੋਈ ਤੇਰੀ ਆਸ, ਤੇਰੀ ਬਖਸ਼ੀਸ਼ ਵਾਸਤੇ ਉਹ ਤੇਰੇ ਆਸਰੇ ਹੀ ਬੈਠਾ ਹੈ। ਕਿਹਦੇ ਆਸਰੇ ਬੈਠਾ ਹੈ? ਜੋ ਕਿ ਘਟ ਘਟ ਵਿੱਚ ਵਸਿਆ ਹੋਇਆ ਹੈ। ਸਾ ਰੁੱਤ ਸੁਹਾਵੀ ਜਿਤ ਤੁਧ ਸੰਭਾਲੀ। ਕਹਿੰਦੇ ਉਹੀ ਰੁੱਤ ਮੈਨੂੰ ਅੱਛੀ ਲੱਗਦੀ ਹੈ। ਭਗਤ ਕਹਿੰਦਾ ਉਹੀ ਰੁੱਤ ਮੈਨੂੰ ਅੱਛੀ ਲੱਗਦੀ ਹੈ, ਉਹੀ ਸਮੇਂ ਮੈਨੂੰ ਅੱਛਾ ਲੱਗਦਾ ਹੈ ਜਿਸ ਸਮੇਂ ਤੂੰ ਮੇਰੇ ਹਿਰਦੇ ਵਿੱਚ ਵਸਦਾ ਹੈ। ਸੋ ਕੰਮ ਸੁਹੇਲਾ ਜੋ ਤੇਰੀ ਕਾਲੀ। ਮੈਨੂੰ ਉਹੀ ਕੰਮ ਅੱਛਾ ਲੱਗਦਾ ਹੈ ਜਿਹੜਾ ਕੰਮ ਮੈਂ ਤੇਰੇ ਵਾਸਤੇ ਕਰਾਂ, ਜਿਹੜੇ ਮੈਂ ਤੇਰੀ ਸੇਵਾ ਵਿੱਚ ਜਿਹੜਾ ਵੀ ਕੰਮ ਕਰਦਾ, ਮੈਨੂੰ ਉਹੀ ਕੰਮ ਅੱਛਾ ਲੱਗਦਾ। ਸੋ ਰਿਦਾ ਸੁਹੇਲਾ ਜਿਤ ਹਿਰਦੈ ਤੂੰ ਉਠਾ, ਸਭਨਾ ਕੇ ਦਾਤਾਰਾ ਜੀਓ। ਕਹਿੰਦੇ ਆ ਤੂੰ ਇੰਨਾ ਵੱਡਾ ਹੈ,
ਤੂੰ ਇੰਨਾ ਤੂੰ ਬਖਸ਼ਣਹਾਰ ਹੈ, ਤੂੰ ਇੰਨਾ ਸਮਰਥ ਹੈ, ਸਮਰੱਥ ਹੈਗਾ ਤੂੰ ਵਾਹਿਗੁਰੂ, ਕਿ ਜਿਸ ਦੇ ਹਿਰਦੇ ਵਿੱਚ ਵੀ ਤੂੰ ਵਸ ਜਾਣਾ ਨਾ, ਉਹਨੂੰ ਤੇ ਫਿਰ ਸੰਤੋਖ, ਉਹਨੂੰ ਸਬਰ, ਉਹਨੂੰ ਫਿਰ ਸਭ ਕੁਝ ਉਹਦਾ ਹਿਰਦੇ ਸ਼ਾਂਤ ਹੋ ਜਾਂਦਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹੈ, ਨੌ ਨਿਧ ਤੇਰੇ ਅਖੁੱਟ ਭੰਡਾਰਾ। ਕਹਿੰਦੇ ਤੂੰ ਤੇ ਵਾਹਿਗੁਰੂ ਤੂੰ ਸਾਰਿਆਂ ਦਾ ਬਾਪ ਹੈ। ਔਰ ਇੱਥੇ ਬਾਪ ਕਿਉਂ ਕਿਹਾ ਹੈ? ਕਿਉਂਕਿ ਅਸੀਂ ਵੀ ਦੇਖਦੇ ਹਾਂ ਜੋ ਘਰ ਵਿੱਚ ਵੀ ਜੋ ਹੈਡ ਆਫ ਦਾ ਫੈਮਿਲੀ ਹੁੰਦਾ ਉਹ ਫਾਦਰ ਹੁੰਦਾ ਹੈ। ਤੇ ਫਾਦਰ ਜਿਸ ਤਰ੍ਹਾਂ ਉਹ ਦੇਖਦਾ ਕਿ ਘਰ 'ਚ ਰਾਸ਼ਨ ਪਾਣੀ ਵੀ ਹੈ, ਬੱਚਿਆਂ ਦੀ ਐਜੂਕੇਸ਼ਨ ਵੀ ਪੂਰੀ ਹੋ ਰਹੀ ਹੈ, ਵਾਈਫ ਨੂੰ ਵੀ ਸਾਰਾ ਕੁਝ ਮਿਲ ਰਿਹਾ ਹੈ, ਜੋ ਹਸਬੈਂਡ ਜੋ ਹੈਡ ਆਫ ਦਾ ਫੈਮਿਲੀ ਹੁੰਦਾ ਉਹ ਚਾਰੋਂ ਚੀਜ਼ਾਂ ਉਹ ਸਾਰੇ ਪਾਸੇ ਦੇਖਦਾ ਹੈ ਕਿ ਇੱਕ ਚੀਜ਼ ਹਰ ਇੱਕ ਨੂੰ ਪ੍ਰੋਵਾਈਡ ਹੁੰਦੀ ਹੈ। ਇਸੇ ਲਈ ਵਾਹਿਗੁਰੂ ਤੂੰ ਸਾਰਿਆਂ ਦਾ ਸਾਂਝਾ ਪਿਤਾ ਹੈਗਾ, ਕਿ ਤੂੰ ਸਾਰਿਆਂ ਦਾ ਧਿਆਨ ਰੱਖਦਾ ਹੈ। ਨੌ ਨਿਧ ਤੇਰਾ ਅਖੁੱਟ ਭੰਡਾਰਾ। ਔਰ ਜਿਹੜੇ ਤੇਰੀਆਂ ਨੌ ਨਿਧੀਆਂ ਨੇ, ਜੋ ਤੂੰ ਨੌ ਨਿਧੀਆਂ ਦਿਨਾ, ਉਹ ਤੇ ਕਿੰਨੀਆਂ ਵੀ ਖਰਚੋ, ਕਿੰਨੀਆਂ ਵੀ ਉਹ ਕਰੋ, ਉਹ ਤੇ ਅਖੁੱਟ ਨੇ, ਉਹ ਤੇ ਕਦੀ ਵੀ ਖਤਮ ਹੀ ਨਹੀਂ ਹੁੰਦੀਆਂ। ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਤੇਰੀ ਭਗਤ ਤੁਮਾਰਾ ਜਿਉ, ਸੋਈ ਭਗਤ ਤੁਮਾਰਾ ਜਿਉ। ਕਹਿੰਦੇ ਉਹੀ ਭਗਤ ਹੈ ਤੇਰਾ ਕਿ ਜਿਸ ਨੂੰ ਤੂੰ ਦਿਨਾ ਔਰ ਉਹ ਤ੍ਰਿਪਤ ਹੋ ਜਾਂਦਾ, ਫਿਰ ਉਹਨੂੰ ਦੁਨਿਆਵੀ ਚੀਜ਼ਾਂ 'ਚ ਫਿਰ ਉਹਨੂੰ ਕੋਈ ਇੰਟਰਸਟ ਨਹੀਂ ਰਹਿੰਦਾ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜਿਉ। ਕਿ ਤੂੰ ਹਰ ਇੱਕ ਦੇ ਨਾਲ ਤੂੰ ਸਾਂਝਾ। ਅਸੀਂ ਵੀ ਪੜ੍ਹਦੇ ਹਾਂ ਕਿ ਉਹ ਘਟ ਘਟ 'ਚ ਵਸਿਆ ਹੋਇਆ, ਉਹ ਹਰ ਇੱਕ ਪੰਛੀ 'ਚ ਵੀ ਹੈ, ਵਾਹਿਗੁਰੂ ਦਾ ਅੰਸ਼ ਹਰ ਇੱਕ 'ਚ ਹੈ, ਸਾਡੇ 'ਚ ਵੀ ਹੈ, ਮਨੁੱਖ 'ਚ ਵੀ ਹੈ, ਪਸ਼ੂ 'ਚ ਵੀ ਹੈ, ਪਕਸ਼ੀ ਵਿੱਚ ਵੀ ਹੈ, ਪਰ ਉਹ ਸਾਨੂੰ ਦਿਖਦਾ ਨਹੀਂ ਹੈ। ਉਹ ਹਰ ਇੱਕ ਘਟ ਘਟ 'ਚ ਵਸਿਆ ਹੋਇਆ ਹੈ। ਤੂੰ ਆਪੇ ਗੁਰਮੁਖ ਮੁਕਤ ਕਰਾਈ ਹੈ, ਤੂੰ ਆਪੇ ਮਨਮੁਖ ਜਨਮ ਪੁਆਈਏ। ਜਿਹੜੇ ਮਨਮੁਖ ਹੁੰਦੇ ਨੇ ਨਾ, ਉਹ ਤੇ ਸੰਸਾਰ 'ਚ ਚੀਜ਼ਾਂ ਦੇ ਲੋਭਾਂ 'ਚ ਫਸ ਕੇ ਉਹ ਤੇ ਫਿਰ ਇੱਧਰ ਉੱਧਰ ਭਟਕਦੇ ਹੀ ਰਹਿੰਦੇ ਨੇ। ਔਰ ਜਿਹੜੇ ਗੁਰਮੁਖ ਹੁੰਦੇ ਨੇ, ਉਹ ਮੁਕਤੀ ਗੁਰਮੁਖ ਨੂੰ ਹੀ ਮਿਲਦੀ ਹੈ। ਨਾਨਕ ਦਾਸ ਤੇਰੇ ਬਲਹਾਰੇ, ਸਭ ਤੇਰਾ ਖੇਲ ਦਸਾਰਾ ਜਿਉ। ਕਿ ਇਹ ਨਾਨਕ ਦਾ ਉਹ ਆਪਣੇ ਆਪ ਨੂੰ, ਬਾਬਾ ਜੀ ਨੂੰ ਆਪਣੇ ਆਪ ਨੂੰ ਨੀਵਾਂ ਕਰਕੇ ਕਹਿੰਦੇ ਨੇ ਕਿ ਆਪ ਸਾਰਾ ਤੇਰਾ ਹੀ ਖੇਲ ਇਹ ਵਰਤਦਾ ਪਿਆ ਹੈ, ਔਰ ਮੈਂ ਤੇਰੇ ਬਲਿਹਾਰ ਜਾਨਣਾ ਹੈ। ਹੁਣ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਜੀ।
तेरी बैठा तेरी बैठा। तू सांझा साहिब बाप हमारा, तू सांझा साहिब बाप हमारा, नौनित तेरे अखोट भंडारा। नौनित तेरे अखोट भंडारा, जिस तो देह सो त्रिपत अघावे। जिस तो देह सो त्रिपत अघावे, सोई भगत तुम्हारा जियो, सोई भगत तुम्हारा जियो, सबको आसे सबको आसे तेरी बैठा तेरी बैठा। सबको आसे तेरी बैठा तेरी बैठा। सबको आसे तेरी बैठा, सबको आसे तेरी बैठा। कट कट अंतर तू है उठा, कट कट अंतर तू है उठा। सबे सांझी वाले सदाइन, सबे सांझी वाले सदाइन, तू किसे नदी से बहारा जियो, तू किसे नदी से बहारा जियो, सबको आसे सबको आसे तेरी बैठा तेरी बैठा। सबको आसे तेरी बैठा तेरी बैठा। तू आपे गुरमुख मुकत कराई है, तू आपे गुरमुख मुकत कराई है, तू आपे मन मुख जन्म पवाई है। तू आपे मन मुख जन्म पवाई है, नानक दास तेरे बलिहारे।
सब तेरा खेल दशहरा जियो सबको आसे सबको आसे तेरी बैठा सबको आसे तेरी बैठा कट कट अंतर तू है उठा कट कट अंतर तू है उठा सबको आसे तेरी बैठा सबको आसे तेरी बैठा सबको आसे तेरी बैठा तेरी बैठा वाहेगुरु जी का खालसा वाहेगुरु जी की फतेह।